ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦੋਸਤੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਤੁਹਾਡੇ ਸਾਹਮਣੇ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਹਾਜ਼ਰ ਹੋਈਏ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 12 ਅਧਿਆਇ ਦੇ ਉੱਤੇ ਅਧਿਐਨ ਕਰ ਰਹੇ ਸੀ। ਸਾਡੇ ਪਿਛਲੇ ਪ੍ਰੋਗਰਾਮ ਦਾ ਮੁੱਖ ਵਿਸ਼ਾ ਜੀ ਉੱਠਣ ਦਾ ਇਨਾਮ ਸੀ। ਇਸ ਦੇ ਅਧੀਨ ਅਸੀਂ ਉਸ ਸਮੇਂ ਦੇ ਬਾਰੇ ਜਾਣਿਆ ਜੋ ਕਿ ਦਾਨੀਏਲ ਦੇ ਲਈ ਬਹੁਤ ਹੀ ਕਸ਼ਟ ਭਰਿਆ ਸੀ। ਅਸੀਂ ਸਮੇਂ ਦੀ ਮਿਆਦ ਬਾਰੇ ਜਾਣਿਆ। ਅਸੀਂ ਜਾਣਿਆ ਕਿ ਮੱਤੀ ਦੀ ਅੰਜੀਲ ਦੇ 24 ਅਧਿਆਇ ਦੇ ਵਿੱਚ ਉਹਦੀ 21 ਆਇਤ ਤੋਂ 28 ਆਇਤ ਤੱਕ ਦੇ ਵਚਨਾਂ ਦੇ ਵਿੱਚ ਪ੍ਰਭੂ ਯਿਸੂ ਜੀ ਉਸ ਸਮੇਂ ਬਾਰੇ ਕਹਿੰਦੇ ਹਨ ਕਿ ਉਹ ਸਮਾਂ ਜਗਤ ਦੇ ਵਿੱਚ ਇੱਕ ਵੱਡਾ ਕਸ਼ਟ ਹੋਵੇਗਾ ਜੋ ਸੰਸਾਰ ਤੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਦੇ ਨਹੀਂ ਹੋਇਆ ਅਤੇ ਨਾ ਕਦੇ ਹੋਵੇਗਾ। ਜੇਕਰ ਉਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਵੀ ਨਾ ਬਚਦਾ। ਉਹ ਦਿਨ ਚੁਣੇ ਹੋਏ ਲੋਕਾਂ ਦੇ ਖਾਤਰ ਘਟਾਏ ਗਏ ਹਨ। ਬਹੁਤ ਸਾਰੇ ਲੋਕ ਝੂਠੇ ਮਸੀਹ ਖੜੇ ਹੋਣਗੇ ਜੋ ਅਜਿਹੇ ਵੱਡੇ ਚਿੰਨ੍ਹ ਅਤੇ ਚਮਤਕਾਰ ਕਰਨਗੇ ਕਿ ਚੰਗੇ ਵਿਸ਼ਵਾਸੀਆਂ ਨੂੰ ਵੀ ਪਰਵਾਹ ਲੈਣਗੇ। ਪ੍ਰਭੂ ਯਿਸੂ ਜੀ ਨੇ ਸਾਨੂੰ ਉਹਨਾਂ ਕਸ਼ਟ ਭਰੇ ਦਿਨਾਂ ਬਾਰੇ ਪਹਿਲਾਂ ਹੀ ਆਗਾਹ ਕਰ ਦਿੱਤਾ। ਇਹ ਇੱਕ ਕੌਮੀ ਜਾਂ ਰਾਸ਼ਟਰੀ ਮੁਸੀਬਤ ਦਾ ਸਮਾਂ ਹੋਵੇਗਾ। ਇਸ ਤੋਂ ਬਾਅਦ ਅਸੀਂ ਇਜ਼ਰਾਈਲ ਦੇ ਸਰਦਾਰ ਬਾਰੇ ਜਾਣਿਆ। ਅਸੀਂ ਮਿਕਾਇਲ ਸਵਰਗਦੂਤ ਦੇ ਬਾਰੇ ਜਾਣਿਆ। ਹੁਣ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹੋਏ ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਪੂਰਾ ਕਰਾਂਗੇ। ਅੱਜ ਪਰਮੇਸ਼ਵਰ ਦੇ ਉਹਨਾਂ ਲੋਕਾਂ ਬਾਰੇ ਗੱਲਬਾਤ ਕਰਾਂਗੇ ਜੋ ਬਚਾਏ ਗਏ ਹਨ, ਜੋ ਜੀ ਉੱਠੇ ਹਨ ਅਤੇ ਜਿਹੜੇ ਇਨਾਮ ਪਾਏ ਹੋਏ ਲੋਕ ਹਨ। ਤਾਂ ਫਿਰ ਦੋਸਤੋ, ਆਓ ਬਿਨਾਂ ਸਮਾਂ ਗਵਾਏ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਉਸਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਉਸਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਲੜਾਈਆਂ ਅਕਾਲ ਤੇ ਭੂਚਾਲ
प्रीत ठंडी पै जाएगी, कई सेवक भी नह जा तो फिर जावणगे। पाप के कारण प्रीत ठंडी पै जाएगी, कई सेवक भी ਸਵਾਲ ਇਹ ਹੈ ਕਿ ਉਹ ਇਹ ਕਿਵੇਂ ਕਰੇਗਾ। ਇੱਥੇ ਇਸ ਐਤ ਵਿੱਚ ਇਹ ਕੀ ਹੋ ਰਿਹਾ ਹੈ। ਮੈਂ ਖੁਸ਼ ਹਾਂ ਕਿ ਤੁਸੀਂ ਸਵਾਲ ਕੀਤਾ ਹੈ, ਕਿਉਂਕਿ ਬਾਈਬਲ ਵਿੱਚ ਇਸ ਦਾ ਜਵਾਬ ਹੈ। ਮੈਨੂੰ ਕਿਸੇ ਟੀਕਾ ਟੱਪਣੀ ਵਿੱਚੋਂ ਇਸ ਦਾ ਜਵਾਬ ਲੱਭਣ ਦੀ ਲੋੜ ਨਹੀਂ ਹੈ, ਕਿਉਂਕਿ ਇਸ ਵਿੱਚ ਇਸ ਦਾ ਜਵਾਬ ਹੈ। ਮੈਨੂੰ ਕਿਸੇ ਟੀਕਾ ਟੱਪਣੀ ਵਿੱਚੋਂ ਇਸ ਦਾ ਜਵਾਬ ਲੱਭਣ ਦੀ ਲੋੜ ਨਹੀਂ ਹੈ, ਕਿਉਂਕਿ ਬਾਈਬਲ ਵਿੱਚ ਟੀਕਾ ਟਿੱਪਣੀ ਹੈ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਕਿੱਥੇ ਹੈ। ਇਹ ਪ੍ਰਕਾਸ਼ ਦੀ ਪੋਥੀ ਦੇ 12ਵੇਂ ਅਧਿਆਇ ਵਿੱਚ ਹੈ। ਇੱਥੇ ਉਸ ਯੁੱਧ ਤੇ ਪਰਮੇਸ਼ਰ ਦੁਆਰਾ ਪ੍ਰੇਰਿਤ ਟੀਕਾ ਟਿੱਪਣੀ ਹੈ ਜੋ ਮਿਕਾਇਲ ਸਰਦਾਰ ਨੇ ਯਹੂਦੀਆਂ ਲਈ ਸ਼ੈਤਾਨ ਅਤੇ ਉਸ ਦੇ ਦੂਤਾਂ ਨਾਲ ਲੜਿਆ। ਮੈਂ 12ਵੇਂ ਅਧਿਆਇ ਦੀਆਂ ਪਹਿਲੀਆਂ ਕੁਝ ਐਤਾਂ ਪੜ੍ਹਨਾ ਚਾਹੁੰਦਾ ਹਾਂ। ਆਪਣੀਆਂ ਬਾਈਬਲਾਂ ਤੇ ਧਿਆਨ ਦਿਓ ਅਤੇ ਸਪਸ਼ਟ ਤੌਰ ਤੇ ਉਸ ਬਾਰੇ ਸੋਚੋ ਜੋ ਹੁਣ ਪਰਮੇਸ਼ਰ ਸਾਨੂੰ ਸਿਖਾ ਰਿਹਾ ਹੈ। ਆਕਾਸ਼ ਉੱਤੇ ਇੱਕ ਵੱਡਾ ਨਿਸ਼ਾਨ ਦੱਸਿਆ, ਅਰਥਾਤ ਇੱਕ ਇਸਤਰੀ ਜਿਹੜੀ ਸੂਰਜ ਪਹਿਨੀ ਹੋਈ ਸੀ ਅਤੇ ਚੰਦਰਮਾ ਉਹਦੇ ਪੈਰਾਂ ਹੇਠਾਂ ਅਤੇ 12 ਤਾਰਿਆਂ ਦਾ ਮੁਕਟ ਉਹਦੇ ਸਿਰ ਉੱਤੇ ਸੀ। ਉਹ ਗਰਭਵਤੀ ਸੀ ਅਤੇ ਜਨਨ ਦੇ ਦੁੱਖ ਅਤੇ ਪੀੜਾ ਲੱਗਣ ਕਰਕੇ ਚੀਕਾਂ ਮਾਰਦੀ ਸੀ। ਅਤੇ ਆਕਾਸ਼ ਉੱਤੋਂ ਇੱਕ ਹੋਰ ਨਿਸ਼ਾਨ ਦਿਸਿਆ ਅਤੇ ਵੇਖੋ ਇੱਕ ਵੱਡਾ ਭਾਰਾ ਲਾਲ ਅਜਗਰ ਸੀ, ਜਿਹਦੇ 7 ਸਿਰ ਅਤੇ 10 ਸਿੰਗ ਸਨ ਅਤੇ ਉਹਦੀਆਂ ਸਿਰਾਂ ਉੱਤੇ 7 ਮੁਕਟ ਅਤੇ ਉਹਦੀ ਪੂਛ ਨੇ ਆਕਾਸ਼ ਦੇ ਤਾਰਿਆਂ ਦੀ 1/3 ਨੂੰ ਵਲੇਟ ਕੇ ਖਿੱਚਿਆ ਅਤੇ ਉਹਨੂੰ ਧਰਤੀ ਉੱਤੇ ਦੇ ਮਾਰਿਆ। ਅਤੇ ਉਹ ਅਜਗਰ ਉਸ ਇਸਤਰੀ ਦੇ ਅੱਗੇ ਜਿਹੜੀ ਜਣ ਲੱਗੀ ਸੀ ਜਾ ਖਲੋਤਾ। ਭਾਈ ਜਿਸ ਵੇਲੇ ਉਹ ਜਣੇ ਤਾਂ ਉਹਦੇ ਬਾਲਕ ਨੂੰ ਭੱਛ ਲਵੇ। ਉਹ ਇੱਕ ਪੁੱਤਰ ਇੱਕ ਨਰ ਬਾਲ ਜਣੀ, ਜਿਹਨੇ ਲੋਹੇ ਦੇ ਡੰਡੇ ਨਾਲ ਸਭਨਾਂ ਕੌਮਾਂ ਉੱਤੇ ਹਕੂਮਤ ਕਰਨੀ ਹੈ। ਅਤੇ ਉਹਦਾ ਬਾਲਕ ਪਰਮੇਸ਼ਰ ਕੋਲ ਅਤੇ ਉਸ ਦੇ ਸਿਆਸਨ ਕੋਲ ਉਠਾਇਆ ਗਿਆ ਅਤੇ ਉਹ ਇਸਤਰੀ ਉਜਾੜ ਵਿੱਚ ਨੱਸ ਗਈ, ਜਿੱਥੇ ਪਰਮੇਸ਼ਰ ਦੀ ਵੱਲੋਂ ਇੱਕ ਥਾਂ ਉਹਦੇ ਲਈ ਤਿਆਰ ਕੀਤਾ ਹੋਇਆ ਹੈ। ਭਾਈ ਉੱਥੇ 1260 ਦਿਨ ਉਹਦੀ ਪ੍ਰਿਤਪਾਲ ਹੋਵੇ। ਫਿਰ ਸਵਰਗ ਵਿੱਚ ਇੱਕ ਯੁੱਧ ਹੋਇਆ। ਮਿਕਾਇਲ ਅਤੇ ਉਹਦੇ ਦੂਤ ਅਜਗਰ ਨਾਲ ਲੜਨ ਨੂੰ ਨਿਕਲੇ ਅਤੇ ਅਜਗਰ ਲੜਿਆ, ਨਾਲੇ ਉਹਦੇ ਦੂਤ, ਪਰ ਇਹ ਪ੍ਰਬਲ ਨਾ ਹੋਏ ਅਤੇ ਨਾ ਸਵਰਗ ਵਿੱਚ ਇਹਨਾਂ ਨੂੰ ਥਾਂ ਫਿਰ ਮਿਲਿਆ। ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ। ਉਹ ਪੁਰਾਣਾ ਸੱਪ ਜਿਹੜਾ ਅਬਲੀਸ ਅਤੇ ਸ਼ੈਤਾਨ ਕਰਕੇ ਸਤਾਉਂਦਾ ਹੈ, ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ, ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹਦੇ ਦੂਤ ਉਹਦੇ ਨਾਲ ਸੁੱਟੇ ਗਏ। ਪ੍ਰਕਾਸ਼ ਦੀ ਪੋਥੀ 12 ਅਧਿਆਇ 1 ਵਚਨ ਤੋਂ ਲੈ ਕੇ 9 ਵਚਨਾਂ ਤੱਕ। ਹੁਣ ਮੁੜ ਅਧਿਆਇ ਦੀ ਸ਼ੁਰੂਆਤ ਤੇ ਨਜ਼ਰ ਮਾਰੋ। ਇੱਥੇ ਕੀ ਹੋ ਰਿਹਾ ਹੈ? ਆਓ ਅਸੀਂ ਸ਼ਬਦਾਂ ਨੂੰ ਪਹਿਚਾਣੀਏ। ਸਭ ਤੋਂ ਪਹਿਲਾਂ 1 ਤੇ 2 ਐਤਾਂ ਵਿੱਚ ਉਹ ਇਸਤਰੀ ਕੌਣ ਹੈ ਜਿਹੜੀ ਸੂਰਜ ਪਹਿਨੀ ਹੋਈ ਸੀ ਅਤੇ ਚੰਦਰਮਾ ਉਹਦੇ ਪੈਰਾਂ ਹੇਠਾਂ ਅਤੇ 12 ਤਾਰਿਆਂ ਦਾ ਮੁਕਟ ਉਹਦੇ ਸਿਰ ਉੱਤੇ ਸੀ। ਇਹ ਇਸਰਾਇਲ ਦੀ ਕੌਮ ਦਾ ਹਵਾਲਾ ਹੈ ਅਤੇ 12 ਤਾਰੇ ਸਾਫ਼ ਤੌਰ ਤੇ ਇਸਰਾਇਲ ਦੇ 12 ਗੋਤਾਂ ਦਾ ਹਵਾਲਾ ਦੇ ਰਹੇ ਹਨ। ਅਤੇ ਪਵਿੱਤਰ ਵਚਨ ਕਹਿੰਦਾ ਹੈ ਕਿ ਇਹ 12 ਤਾਰਿਆਂ ਵਾਲੀ ਇਸਤਰੀ ਨੂੰ ਜਣ ਦੀਆਂ ਪੀੜਾਂ ਲੱਗੀਆਂ ਹੋਈਆਂ ਸਨ ਅਤੇ ਉਹ ਜਣ ਦੇ ਦੁੱਖ ਅਤੇ ਪੀੜਾਂ ਵਿੱਚ ਸੀ। ਇਸ ਲਈ ਪਹਿਲੀਆਂ 2 ਐਤਾਂ ਵਿੱਚ ਅਸੀਂ ਇਸਰਾਇਲ ਨੂੰ ਮਸੀਹਾ ਪ੍ਰਭੂ ਯੀਸ਼ੂ ਨੂੰ ਜਨਮ ਦੇਣ ਲਈ ਪੀੜਾ ਵਿੱਚ ਵੇਖਦੇ ਹਾਂ। ਫਿਰ 3 ਤੇ 4 ਐਤਾਂ ਵਿੱਚ ਅਸੀਂ ਆਕਾਸ਼ ਵਿੱਚ ਇੱਕ ਹੋਰ ਨਿਸ਼ਾਨ ਵੇਖਦੇ ਹਾਂ। ਇਹ ਹੈ ਸ਼ੈਤਾਨ। ਇੱਥੇ ਕਿਹਾ ਗਿਆ ਹੈ ਕਿ ਆਕਾਸ਼ ਵਿੱਚ ਇਹ ਨਿਸ਼ਾਨ ਇੱਕ ਵੱਡਾ ਲਾਲ ਅਜਗਰ ਸੀ, ਜਿਸ ਦੇ 7 ਸਿਰ 10 ਸਿੰਗ, ਜੋ ਕਿ ਸਰਕਾਰ ਵਿੱਚ ਮਿਲਣ ਦਾ ਹਵਾਲਾ ਦੇ ਰਹੇ ਹਨ ਅਤੇ ਉਸ ਦੇ ਸਿਰ ਤੇ 7 ਮੁਕਟ ਹਨ। ਅਤੇ ਧਿਆਨ ਦਿਓ ਐਤ 4 ਕੀ ਕਹਿੰਦੀ ਹੈ। ਅਤੇ ਉਹਦੀ ਪੂਛ ਨੇ ਆਕਾਸ਼ ਦੇ ਤਾਰਿਆਂ ਦੀ 1/3 ਨੂੰ ਬਲੇਟ ਕੇ ਖਿੱਚਿਆ ਅਤੇ ਉਹਨਾਂ ਨੂੰ ਧਰਤੀ ਉੱਤੇ ਦੇ ਮਾਰਿਆ। ਮੇਰਾ ਵਿਸ਼ਵਾਸ ਹੈ ਕਿ ਇਹ ਉਸ ਸੱਚ ਦਾ ਹਵਾਲਾ ਹੈ ਕਿ ਜਦੋਂ ਸ਼ੈਤਾਨ ਡਿੱਗਿਆ, ਉਸ ਦੇ 1/3 ਦੂਤ ਉਸ ਨਾਲ ਧਰਤੀ ਤੇ ਡਿੱਗ ਪਏ। ਜਦੋਂ ਇਸਰਾਇਲ ਦੇਸ਼ ਨਰ ਬਾਲਕ ਨੂੰ ਜਨਮ ਦੇਣ ਵਾਲਾ ਸੀ, ਜੋ ਕਿ ਮਸੀਹਾ ਹੈ। ਐਤ 4 ਕਹਿੰਦੀ ਹੈ, ਅਜਗਰ ਉਸ ਇਸਤਰੀ ਅੱਗੇ ਜਾ ਖਲੋਤਾ ਜਿਹੜੀ ਜੰਮਣ ਲੱਗੀ ਸੀ, ਤਾਂ ਕਿ ਜਿਸ ਵੇਲੇ ਉਹ ਜਣੇ ਤਾਂ ਉਹਦੇ ਬਾਲਕ ਨੂੰ ਭੱਛ ਲਵੇ। ਕੀ ਤੁਹਾਨੂੰ ਯਾਦ ਹੈ ਕਿ ਪ੍ਰਭੂ ਯੀਸ਼ੂ ਨਾਲ ਕੀ ਹੋਇਆ ਸੀ?
ਜਿਉਂ ਹੀ ਉਸ ਨੇ ਜਨਮ ਲਿਆ, ਕੀ ਤੁਹਾਨੂੰ ਯਾਦ ਹੈ ਕੀ ਹੋਇਆ ਸੀ? ਮੈਨੂੰ ਪੱਕਾ ਯਕੀਨ ਹੈ ਕਿ ਤੁਹਾਨੂੰ ਯਾਦ ਹੋਵੇਗਾ। ਦੁਸ਼ਮਣ ਨੇ ਹਰ ਸੰਭਵ ਤਰੀਕੇ ਨਾਲ ਦੁਨੀਆ ਨੂੰ ਛੁਟਕਾਰਾ ਦੇਣ ਵਾਲੇ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕੀਤੀ। ਸ਼ੈਤਾਨ ਮੁਕਤੀਦਾਤਾ ਦੇ ਜਨਮ ਲੈਣ ਦੀ ਉਡੀਕ ਕਰ ਰਿਹਾ ਸੀ ਤਾਂ ਕਿ ਉਹ ਉਸ ਨੂੰ ਨਾਸ਼ ਕਰ ਸਕੇ। ਹੁਣ ਧਿਆਨ ਦਿਓ, ਉਹ ਇਸਰਾਇਲ ਇੱਕ ਪੁੱਤਰ, ਇੱਕ ਨਰ ਬਾਲ ਜਣੀ, ਜਿਹਨੇ ਲੋਹੇ ਦੇ ਡੰਡੇ ਨਾਲ ਸਭਨਾਂ ਕੌਮਾਂ ਉੱਤੇ ਹਕੂਮਤ ਕਰਨੀ ਹੈ। ਉਹ ਸਪਸ਼ਟ ਤੌਰ ਤੇ ਯੀਸ਼ੂ ਮਸੀਹ ਹੈ ਅਤੇ ਉਹਦਾ ਬਾਲਕ ਪਰਮੇਸ਼ਰ ਕੋਲ ਅਤੇ ਉਸ ਦੇ ਸਿਆਸਨ ਕੋਲ ਉਠਾਇਆ ਗਿਆ। ਉਹ ਕੀ ਹੈ? ਉਠਾਇਆ ਜਾਣਾ। ਯਿਸੂ ਮਸੀਹ ਵਾਪਸ ਸਵਰਗ ਨੂੰ ਗਿਆ ਅਤੇ ਉਹ ਇਸਤਰੀ ਉਜਾੜ ਵਿੱਚ ਨਸ ਗਈ, ਜਿੱਥੇ ਪਰਮੇਸ਼ਰ ਦੀ ਵੱਲੋਂ ਇੱਕ ਥਾਂ ਉਹਦੇ ਲਈ ਤਿਆਰ ਕੀਤਾ ਹੋਇਆ ਹੈ। ਭਾਈ ਉੱਥੇ 1260 ਦਿਨ ਉਹਦੀ ਪ੍ਰਿਤਪਾਲ ਹੋਵੇ। ਫਿਰ ਸਵਰਗ ਵਿੱਚ ਇੱਕ ਯੁੱਧ ਹੋਇਆ। ਮਿਕਾਇਲ ਅਤੇ ਉਹਦੇ ਦੂਤ ਅਜਗਰ ਨਾਲ ਲੜਨ ਨੂੰ ਨਿਕਲੇ ਅਤੇ ਅਜਗਰ ਲੜਿਆ, ਨਾਲੇ ਉਹਦੇ ਦੂਤ। ਹੁਣ ਮੈਨੂੰ ਤੁਹਾਡੇ ਨਾਲ ਉਹ ਗੱਲਾਂ ਸਾਂਝੀ ਕਰਨ ਦਿਓ ਜੋ ਇੱਥੇ ਹੋ ਰਿਹਾ ਹੈ। ਸ਼ੈਤਾਨ ਇਜ਼ਰਾਈਲ ਦੇ ਦੇਸ਼ ਨੂੰ ਨਫ਼ਰਤ ਕਰਦਾ ਹੈ, ਕਿਉਂਕਿ ਇਜ਼ਰਾਈਲ ਦੇਸ਼ ਉਹ ਦੇਸ਼ ਹੈ ਜਿਹੜਾ ਦੁਨੀਆ ਵਿੱਚ ਛੁਡਾਉਣ ਵਾਲੇ ਨੂੰ ਲਿਆਇਆ ਅਤੇ ਉਹ ਪ੍ਰਭੂ ਯੀਸ਼ੂ ਨੂੰ ਜਨਮ ਲੈਣ ਤੋਂ ਰੋਕਣ ਲਈ ਜੋ ਕੁਝ ਕਰ ਸਕਦਾ ਸੀ ਉਸ ਨੇ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਜਦੋਂ ਪ੍ਰਭੂ ਦਾ ਜਨਮ ਹੋ ਗਿਆ ਅਤੇ ਪ੍ਰਭੂ ਯੀਸ਼ੂ ਨੂੰ ਤਬਾਹ ਕਰਨ ਲਈ ਉਹ ਆਪਣੀ ਸ਼ਕਤੀ ਨਾਲ ਜੋ ਕਰ ਸਕਦਾ ਸੀ ਉਸ ਨੇ ਉਹ ਸਭ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਹੁਣ ਜਦ ਕਿ ਅਸੀਂ ਵੱਡੇ ਕਸ਼ਟ ਦੇ ਸਮੇਂ ਵਿੱਚ ਹਾਂ, ਸ਼ੈਤਾਨ ਯਹੂਦੀ ਦੇਸ਼ ਉਸ ਇਸਤਰੀ ਜਿਸ ਨੇ ਨਰ ਬਾਲਕ ਨੂੰ ਜਨਮ ਦਿੱਤਾ ਤੇ ਆਪਣੇ ਕ੍ਰੋਧ ਉਡੇਲ ਰਿਹਾ ਹੈ ਅਤੇ ਸ਼ੈਤਾਨ ਯਹੂਦੀਆਂ ਨੂੰ ਇਸ ਕਦਰ ਮਿਟਾਉਣ ਦੀ ਇੱਛਾ ਰੱਖਦਾ ਹੈ ਕਿ ਜਦੋਂ ਯਿਸੂ ਆਪਣੇ ਰਾਜ ਵਿੱਚ ਆਵੇਗਾ ਤਾਂ ਉਸ ਰਾਜ ਨੂੰ ਜਿਹੜਾ ਪ੍ਰਭੂ ਦਾ ਹੈ ਆਬਾਦ ਕਰਨ ਅਤੇ ਉਸ ਰਾਜ ਦਾ ਬੰਦੋਬਸਤ ਕਰਨ ਲਈ ਕੋਈ ਯਹੂਦੀ ਨਹੀਂ ਬਚਿਆ ਹੋਵੇਗਾ। ਇਸ ਲਈ ਉਹ ਯਹੂਦੀ ਦੇਸ਼ ਦਾ ਪੂਰੀ ਤਰ੍ਹਾਂ ਸਫਾਇਆ ਕਰਨ ਲਈ ਸਭ ਕੁਝ ਕਰ ਰਿਹਾ ਹੈ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਜੇ ਤੁਸੀਂ ਯਹੂਦੀ ਵਿਰੋਧੀ ਹੋ, ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਆਲੇ ਦੁਆਲੇ ਨਜ਼ਰ ਮਾਰੋ ਅਤੇ ਵੇਖੋ ਤੁਹਾਡਾ ਦਲ ਕਿਹੜਾ ਹੈ, ਕਿਉਂਕਿ ਯਹੂਦੀਆਂ ਦਾ ਅਸਲ ਵਿਰੋਧੀ ਖੁਦ ਸ਼ੈਤਾਨ ਹੈ। ਜਿਹੜੇ ਲੋਕ ਯਹੂਦੀਆਂ ਦੇ ਵਿਰੋਧੀ ਹਨ ਉਹਨਾਂ ਦੇ ਬਹੁਤ ਚੰਗੇ ਜੋਟੀਦਾਰ ਨਹੀਂ, ਕਿਉਂਕਿ ਸ਼ੈਤਾਨ ਯਹੂਦੀ ਦੇਸ਼ ਨੂੰ ਨਫ਼ਰਤ ਕਰਦਾ ਹੈ। ਉਹ ਇਸਰਾਇਲ ਦੇਸ਼ ਨੂੰ ਨਫ਼ਰਤ ਕਰਦਾ ਹੈ ਅਤੇ ਉਹ ਉਸ ਦੇਸ਼ ਨੂੰ ਤਬਾਹ ਕਰਨ ਲਈ ਆਪਣੀ ਸਾਮਰਥ ਮੁਤਾਬਕ ਸਭ ਕੁਝ ਕਰੇਗਾ। ਇਸ ਲਈ ਵੱਡਾ ਕਸ਼ਟ ਦਾ ਸਮਾਂ ਸ਼ੈਤਾਨ ਦੀ ਦ੍ਰਿਸ਼ਟੀਕੋਣ ਤੋਂ ਉਸ ਇਸਤਰੀ ਸਮੇਤ ਜਿਸ ਨੇ ਨਰ ਬਾਲਕ ਨੂੰ ਜਨਮ ਦਿੱਤਾ, ਸਾਰੀ ਧਰਤੀ ਤੋਂ ਉਸ ਦੇਸ਼ ਨੂੰ ਤਬਾਹ ਕਰਨ ਦੀ ਸ਼ੈਤਾਨ ਦੀ ਆਖਰੀ ਕੋਸ਼ਿਸ਼ ਹੈ। ਯੁੱਧ ਜਿਹੜਾ 7 ਐਤ ਤੋਂ ਲੈ ਕੇ 14 ਐਤ ਤੱਕ ਹੋ ਰਿਹਾ ਹੈ, ਉਸ ਵਿੱਚ ਮਿਕਾਇਲ ਸਰਦਾਰ ਇਸ ਨੂੰ ਰੋਕਣ ਲਈ ਅਜਗਰ ਪਿੱਛੇ ਲੱਗ ਗਿਆ। ਇਸ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਬਿਲਕੁਲ ਉਹੀ ਤਸਵੀਰ ਹੈ ਜੋ ਅਧਿਆਇ 10 ਵਿੱਚ ਸੀ, ਜਦੋਂ ਇੱਥੇ ਥੱਲੇ ਧਰਤੀ ਤੇ ਵੱਡੇ ਕਸ਼ਟ ਚੱਲ ਰਿਹਾ ਹੈ ਅਤੇ ਸਾਰੇ ਦੁਸ਼ਟ ਆਤਮਾ ਨੂੰ ਧਰਤੀ ਤੇ ਆਜ਼ਾਦ ਕਰ ਦਿੱਤਾ ਗਿਆ ਹੈ। ਉੱਪਰ ਮਿਕਾਇਲ ਅਤੇ ਅਜਗਰ ਯੁੱਧ ਕਰ ਰਹੇ ਹਨ ਤਾਂ ਕਿ ਮਿਕਾਇਲ ਉਸ ਅਜਗਰ ਨੂੰ ਯਹੂਦੀ ਦੇਸ਼ ਨੂੰ ਹੋਰ ਨੁਕਸਾਨ ਪਹੁੰਚਾਉਣ ਤੋਂ ਰੋਕ ਸਕੇ। ਨੰਬਰ 3, ਪਰਮੇਸ਼ਵਰ ਦੇ ਲੋਕ। ਇਹ ਸਾਨੂੰ ਤੀਜੀ ਗੱਲ ਵਿੱਚ ਲੈ ਕੇ ਆਉਂਦਾ ਹੈ। ਅਸੀਂ ਨਾਲ-ਨਾਲ ਚੱਲ ਰਹੇ ਹਾਂ। ਸਮਾਂ ਵੱਡੇ ਕਸ਼ਟ ਦਾ ਸਮਾਂ ਹੈ ਅਤੇ ਇਜ਼ਰਾਈਲ ਦਾ ਸਰਦਾਰ ਮਿਕਾਇਲ ਹੈ ਅਤੇ ਉਹ ਇਜ਼ਰਾਈਲ ਦੇ ਬੱਚਿਆਂ ਦੀ ਹਿਫਾਜ਼ਤ ਕਰਨ ਲਈ ਸਭ ਕੁਝ ਕਰ ਰਿਹਾ ਹੈ। ਜਦੋਂ ਅਸੀਂ ਦਾਨੀਏਲ ਦੀ ਕਿਤਾਬ ਦੇ 12ਵੇਂ ਅਧਿਆਇ ਵਿੱਚ ਮੁੜ ਕੇ ਆਉਂਦੇ ਹਾਂ, ਸਾਨੂੰ ਪਤਾ ਲੱਗਦਾ ਹੈ ਕਿ ਉੱਥੇ ਯਹੂਦੀਆਂ ਦੇ ਦ੍ਰਿਸ਼ਟੀਕੋਣ ਤੋਂ 3 ਲੋਕਾਂ ਦਾ ਸਮੂਹ ਸ਼ਾਮਲ ਹੈ। ਆਓ ਲੱਭੀਏ ਇਹ ਲੋਕ ਕੌਣ ਹਨ। ਉਸ ਵੇਲੇ ਮਿਕਾਇਲ ਉਹ ਵੱਡਾ ਸਰਦਾਰ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖਲੋਤਾ ਹੈ ਉੱਠੇਗਾ ਅਤੇ ਅਜਿਹੀ ਬਿਪਤਾ ਦਾ ਵੇਲਾ ਹੋਵੇਗਾ ਜਿਹਾ ਕੌਮ ਦੇ ਮੁੱਢ ਤੋਂ ਲੈ ਕੇ ਉਸ ਵੇਲੇ ਤੀਕਰ ਕਦੇ ਨਹੀਂ ਹੋਇਆ ਸੀ ਅਤੇ ਉਸ ਵੇਲੇ ਤੇਰਿਆਂ ਲੋਕਾਂ ਵਿੱਚੋਂ ਹਰ ਕੋਈ ਜਿਹਦਾ ਨਾਮ ਪੋਥੀ ਵਿੱਚ ਲਿਖਿਆ ਹੋਵੇਗਾ ਛੁੱਟੇਗਾ। ਦਾਨੀਏਲ 12 ਦਾ 1 ਵਚਨ। ਅਸੀਂ ਇੱਥੇ ਯਹੂਦੀਆਂ ਦੇ ਵੱਡੇ ਕਸ਼ਟ ਵਿੱਚ ਹੋਣ ਬਾਰੇ ਗੱਲ ਕਰ ਰਹੇ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਲਿਖ ਲਵੋ ਕਿ ਉੱਥੇ 3 ਕਿਸਮ ਦੇ ਲੋਕ ਹਨ ਜਿਨ੍ਹਾਂ ਬਾਰੇ ਪਰਮੇਸ਼ਰ ਨੇ ਸਾਨੂੰ 12 ਅਧਿਆਇ ਵਿੱਚ ਸਿਖਾਇਆ ਹੈ। ਬਚਾਏ ਗਏ ਲੋਕ, ਜਾਗ ਉੱਠੇ ਲੋਕ ਅਤੇ ਇਨਾਮ ਪਾਏ ਹੋਏ ਲੋਕ। ਅਸੀਂ ਉਹਨਾਂ ਬਾਰੇ ਇੱਕ-ਇੱਕ ਕਰਕੇ ਵੇਖਾਂਗੇ।
ਬਚਾਏ ਗਏ ਲੋਕ ਭਾਗ ਊੜਾ। ਸਭ ਤੋਂ ਪਹਿਲਾਂ ਬਚਾਏ ਗਏ ਲੋਕ। ਡੇਵਿਡ ਵੈਰਨ ਨੇ ਇੱਕ ਵਾਰ ਐਲਾਨ ਕੀਤਾ, ਜਿਵੇਂ ਬੈਤਲਹਮ ਦੇ ਇਆਲੀਆਂ ਨੇ ਸ਼ੇਰ ਅਤੇ ਰਿਛ ਨੂੰ ਮਾਰ ਸੁੱਟਿਆ ਅਤੇ ਉਸ ਦੇ ਜਵਾੜੇ ਵਿੱਚੋਂ ਲੇਲੇ ਨੂੰ ਬਚਾ ਲਿਆ, ਜਿਸ ਨੂੰ ਉਹਨਾਂ ਨੇ ਆਪਣਾ ਸ਼ਿਕਾਰ ਬਣਾਉਣਾ ਸੀ, ਉਸੇ ਤਰ੍ਹਾਂ ਇਸਰਾਇਲ ਦਾ ਇਆਲੀ ਆਪਣੇ ਬਕੀਏ ਨੂੰ ਉਹਨਾਂ ਦੇ ਹੱਥਾਂ ਅਤੇ ਜਬੜਿਆਂ ਵਿੱਚੋਂ ਬਚਾ ਲਵੇਗਾ, ਜਿਹੜੇ ਉਹਨਾਂ ਨਾਲੋਂ ਜ਼ਿਆਦਾ ਤਾਕਤਵਰ ਹਨ, ਅਤੇ ਉਹਨਾਂ ਨੂੰ ਮਾਰ ਸੁੱਟੇਗਾ, ਜਿਨ੍ਹਾਂ ਨੇ ਉਸ ਦੇ ਚੁਣਿਆ ਹੋਇਆਂ ਨੂੰ ਨਿਗਲ ਲਿਆ, ਟੁਕੜੇ ਟੁਕੜੇ ਕਰ ਦਿੱਤਾ ਅਤੇ ਪੈਰਾਂ ਹੇਠ ਮਿੱਤਿਆ। ਬਾਈਬਲ ਕਹਿੰਦੀ ਹੈ ਕਿ ਵੱਡੇ ਕਸ਼ਟ ਦੇ ਵਿੱਚੋਂ ਕੁਝ ਯਹੂਦੀ ਲੋਕ ਬਚਾਏ ਜਾਣਗੇ। ਵੱਡੇ ਕਸ਼ਟ ਦੇ ਦਿਨਾਂ ਵਿੱਚ ਕੁਝ ਹੋਣਗੇ ਜਿਹੜੇ ਬਚਾਏ ਜਾਣਗੇ। ਉਹਨਾਂ ਨੂੰ ਵੱਡੇ ਕਸ਼ਟ ਦੇ ਸਮੇਂ ਵਿੱਚ ਸੰਭਾਲ ਕੇ ਰੱਖਿਆ ਜਾਵੇਗਾ। ਬਹੁਤ ਸਾਰੇ ਹਜ਼ਾਰਾਂ ਲੱਖਾਂ ਯਹੂਦੀ ਹੋਣਗੇ ਜਿਹੜੇ ਮਰ ਜਾਣਗੇ, ਪਰ ਕੁਝ ਯਹੂਦੀਆਂ ਨੂੰ ਬਚਾਇਆ ਜਾਵੇਗਾ। ਇਹ ਉਹ ਲੋਕ ਬਣਨਗੇ ਜਿਨ੍ਹਾਂ ਨੂੰ ਸਾਡਾ ਪ੍ਰਭੂ 1000 ਸਾਲ ਵਿੱਚ ਇਸਤੇਮਾਲ ਕਰੇਗਾ, ਜਦੋਂ ਉਹ ਆਪਣੇ ਰਾਜ ਵਿੱਚ ਆਵੇਗਾ। ਕਈ ਯਹੂਦੀਆਂ ਨੂੰ ਕਸ਼ਟ ਵਿੱਚੋਂ ਬਚਾ ਲਿਆ ਜਾਵੇਗਾ, ਅਤੇ ਇਹ ਉਹ ਲੋਕ ਹੋਣਗੇ ਜਿਹੜੇ 1000 ਸਾਲ ਦੇ ਦਿਨਾਂ ਵਿੱਚ ਉਸ ਦਾ ਰਾਜ ਕਾਇਮ ਕਰਨਗੇ। ਹੁਣ ਸਾਡੇ ਲਈ ਇਹ ਸਮਝਣ ਵਾਸਤੇ ਕਿ ਇਹ ਕਿਵੇਂ ਹੋਵੇਗਾ, ਮੈਂ ਚਾਹੁੰਦਾ ਹਾਂ ਤੁਸੀਂ ਮੇਰੇ ਨਾਲ ਬਣੇ ਰਹੋ, ਜਦ ਕਿ ਅਸੀਂ ਕੁਝ ਹੋਰ ਬੰਦਾਂ ਨੂੰ ਵੇਖਾਂਗੇ। ਵਾਪਸ ਫਿਰ ਜਰਮੀਆ ਦੀ ਕਿਤਾਬ ਦੇ 30ਵੇਂ ਅਧਿਆਏ ਵਿੱਚ ਜਾਓ। ਜਰਮੀਆ 30 ਅਧਿਆਏ 11 ਵਚਨ। ਜਰਮੀਆ ਨਬੀ ਇਸਰਾਇਲ ਕੌਮ ਨੂੰ ਬੋਲ ਰਿਹਾ ਹੈ, ਮੈਂ ਤੇਰੇ ਬਚਾਉਣ ਲਈ ਤੇਰੇ ਨਾਲ ਜੋ ਹਾਂ। ਯਹੋਵਾ ਦਾ ਵਾਕ ਹੈ, ਮੈਂ ਸਾਰੀਆਂ ਕੌਮਾਂ ਨੂੰ ਤਾਂ ਮੁੱਢੋਂ ਮੁਕਾ ਦਿਆਂਗਾ, ਜਿਨ੍ਹਾਂ ਵਿੱਚ ਮੈਂ ਤੈਨੂੰ ਖੇਰੂ ਕੀਤਾ, ਪਰ ਮੈਂ ਤੈਨੂੰ ਮੁੱਲੋਂ ਨਾ ਮੁਕਾਵਾਂਗਾ। ਮੈਂ ਤੈਨੂੰ ਨਰਮਾਈ ਨਾਲ ਘੂਰਕਾਂਗਾ, ਪਰ ਮੈਂ ਤੈਨੂੰ ਉੱਕਾ ਹੀ ਸਜ਼ਾ ਦੇ ਬਿਨਾਂ ਨਾ ਛੱਡਾਂਗਾ। ਪਰਮੇਸ਼ਰ ਕੀ ਕਹਿ ਰਿਹਾ ਹੈ? ਉਹ ਕਹਿ ਰਿਹਾ ਹੈ, ਮੈਂ ਤੇਰੇ ਖਿਲਾਫ ਹੋਣ ਵਾਲੀਆਂ ਸਾਰੀਆਂ ਕੌਮਾਂ ਨੂੰ ਤਾਂ ਮੁੱਢ ਮੁਕਾ ਦਿਆਂਗਾ। ਮੈਂ ਚਾਹੁੰਦਾ ਹਾਂ ਇਸਰਾਇਲ, ਤੂੰ ਜਾਣ ਲੈ ਕਿ ਮੈਂ ਤੈਨੂੰ ਮੁੱਲੋਂ ਨਾ ਮੁਕਾਵਾਂਗਾ। ਮੈਂ ਤੇਰੇ ਨਾਲ ਨਾਪ ਕੇ ਨਜਿੱਠਾਂਗਾ, ਅਤੇ ਮੈਂ ਤੈਨੂੰ ਉੱਕਾ ਹੀ ਸਜ਼ਾ ਦੇ ਬਿਨਾਂ ਨਾ ਛੱਡਾਂਗਾ, ਪਰ ਮੈਂ ਤੇਰਾ ਇੱਕ ਹਿੱਸਾ ਬਚਾਵਾਂਗਾ। ਉਸ ਅਧਿਆਏ ਦੇ 17 ਐਤ ਤੇ ਧਿਆਨ ਦਿਓ। ਕਿਉਂ ਜੋ ਮੈਂ ਤੈਨੂੰ ਨਰੋਇਆ ਕਰਾਂਗਾ, ਮੈਂ ਤੇਰੇ ਫੱਟਾਂ ਨੂੰ ਬਲ ਕਰਾਂਗਾ। ਯਹੋਵਾ ਦਾ ਵਾਕ ਹੈ, ਉਹਨਾਂ ਨੇ ਤੈਨੂੰ ਜੋ ਅਛੂਤ ਆਕਿਆ ਹੈ, ਇਹ ਸਿਓਨ ਹੈ ਜਿਹਦੀ ਕੋਈ ਪਰਵਾਹ ਨਹੀਂ ਕਰਦਾ। ਠੀਕ ਹੈ, ਜਰਮੀਆ ਤੋਂ ਹੁਣ ਹਿਜ਼ਕੀਏਲ ਦੀ ਕਿਤਾਬ ਦੇ 20ਵੇਂ ਅਧਿਆਏ ਵਿੱਚ ਆਓ। ਹਿਜ਼ਕੀਏਲ ਦੀ ਕਿਤਾਬ ਦੇ 20ਵੇਂ ਅਧਿਆਏ ਵਿੱਚ ਕੁਝ ਹੋਰ ਸੱਚਾਈਆਂ ਸਿੱਖਦੇ ਹਾਂ। ਐਤ 33 ਤੋਂ ਸ਼ੁਰੂ ਕਰਦੇ ਹਾਂ। ਪ੍ਰਭੂ ਯਹੋਵਾ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਮੈਂ ਆਪਣੇ ਬਲਵਾਨ ਹੱਥ ਨਾਲ ਅਤੇ ਪਸਾਰੀ ਹੋਈ ਬਾਂਹ ਨਾਲ ਤੁਹਾਡੇ ਉੱਤੇ ਕਹਿਰ ਬਹਾ ਕੇ ਤੁਹਾਨੂੰ ਲੋਕਾਂ ਵਿੱਚੋਂ ਕੱਢ ਲਿਆਵਾਂਗਾ, ਅਤੇ ਉਹਨਾਂ ਦੇਸ਼ਾਂ ਵਿੱਚੋਂ ਜਿਨ੍ਹਾਂ ਵਿੱਚ ਤੁਸੀਂ ਖਿਲਰੇ ਹੋਏ ਹੋ ਇਕੱਠਾ ਕਰਾਂਗਾ, ਅਤੇ ਮੈਂ ਤੁਹਾਨੂੰ ਲੋਕਾਂ ਦੀ ਉਜਾੜ ਵਿੱਚ ਲਿਆਵਾਂਗਾ, ਅਤੇ ਉੱਥੇ ਆਮਣੋ ਸਾਹਮਣੇ ਤੁਹਾਡਾ ਨਿਆਂ ਕਰਾਂਗਾ, ਅਤੇ ਮੈਂ ਤੁਹਾਨੂੰ ਆਸੇ ਦੇ ਹੇਠੋਂ ਦੀ ਲਗਾਵਾਂਗਾ ਅਤੇ ਨੇਮ ਦੇ ਬੰਦ ਵਿੱਚ ਲਿਆਵਾਂਗਾ। ਹੁਣ ਇੱਥੇ ਇਹ ਹੈ ਉਹ, ਅਤੇ ਮੈਂ ਤੁਹਾਡੇ ਵਿੱਚੋਂ ਉਹਨਾਂ ਲੋਕਾਂ ਨੂੰ ਜਿਹੜੇ ਮੇਰੇ ਵਿਰੁੱਧ ਆਕੇ ਹਨ ਅੱਡ ਕਰਾਂਗਾ। ਮੈਂ ਉਹਨਾਂ ਨੂੰ ਉਸ ਦੇਸ਼ ਵਿੱਚੋਂ ਜਿੱਥੇ ਉਹ ਪਰਦੇਸੀ ਹਨ ਬਾਹਰ ਕੱਢ ਕੇ ਲਿਆਵਾਂਗਾ, ਪਰ ਉਹ ਇਜ਼ਰਾਈਲ ਦੇ ਦੇਸ਼ ਵਿੱਚ ਨਾ ਬਣਨਗੇ, ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾ ਹਾਂ। ਹਿਜ਼ਕੀਏਲ 20 ਅਧਿਆਏ 33 ਵਚਨ, 35 ਵਚਨ, 37 ਵਚਨ ਅਤੇ 38 ਵਚਨ। ਹੁਣ ਸੁਣੋ, ਇੱਥੇ ਜੋ ਪਰਮੇਸ਼ਰ ਕਹਿ ਰਿਹਾ ਹੈ, ਵੱਡੇ ਕਸ਼ਟ ਦੇ ਸਮੇਂ ਵਿੱਚ ਇਸਰਾਇਲ ਦੇ ਦੇਸ਼ ਨਾਲ ਜੋ ਹੋਣ ਵਾਲਾ ਹੈ, ਉਹ ਇਹ ਹੈ, ਵੱਡੇ ਕਸ਼ਟ ਦੇ ਸਮੇਂ ਵਿੱਚ ਵਿਸ਼ਵਾਸ ਨਾ ਕਰਨ ਵਾਲੇ ਯਹੂਦੀ, ਆਕੀ, ਅਣਆਗਿਆਕਾਰ, ਜਿਹੜੇ ਪਰਮੇਸ਼ਰ ਦਾ ਆਦਰ ਨਹੀਂ ਕਰਦੇ, ਦੇਸ਼ ਵਿੱਚੋਂ ਅੱਡ ਕੀਤੇ ਜਾਣਗੇ, ਉਹ ਨਾਸ਼ ਕੀਤੇ ਜਾਣਗੇ। ਵਿਸ਼ਵਾਸ ਤੋਂ ਬੇਮੁਖ ਯਹੂਦੀ ਮਾਰ ਦਿੱਤੇ ਜਾਣਗੇ। ਇਸ ਲਈ ਕੁਝ ਗਿਣਤੀ ਵਿੱਚ ਹੀ ਯਹੂਦੀ ਬਚਣਗੇ। ਕਿੰਨੇ? ਮੈਂ ਤੁਹਾਨੂੰ ਵਿਖਾਉਂਦਾ ਹਾਂ। ਬਾਈਬਲ ਸਾਨੂੰ ਦੱਸਦੀ ਹੈ ਕਿ ਵੱਡੇ ਕਸ਼ਟ ਦੇ ਅੰਤ ਵਿੱਚ ਕਿੰਨੇ ਯਹੂਦੀ ਬਚਾਏ ਜਾਣਗੇ, ਜਿਹੜੇ ਸ਼ੁੱਧ ਹਨ ਅਤੇ ਜਿਹੜੇ ਆਕੀਆਂ ਵਿੱਚੋਂ ਅੱਡ ਨਹੀਂ ਕੀਤੇ ਗਏ। ਜ਼ਕਰੀਆ ਦੀ ਕਿਤਾਬ ਇਹ ਹੁਣ ਤੱਕ ਦਾ ਸਭ ਤੋਂ ਮੁਸ਼ਕਿਲ ਭਾਗ ਹੈ। ਅਧਿਆਏ 13 ਕੱਢੋ।
ਇਸ ਕਿਤਾਬ ਵਿੱਚ, ਜ਼ਕਰੀਆ ਦੀ ਕਿਤਾਬ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਬਾਈਬਲ ਦੱਸਦੀ ਹੈ ਕਿ ਕਿੰਨੇ ਯਹੂਦੀ ਪਰਮੇਸ਼ਰ ਦੇ ਨਿਆਂ ਰਾਹੀਂ ਅਛੂਤੇ ਵੱਡੇ ਕਸ਼ਟ ਵਿੱਚੋਂ ਸਫਲਤਾਪੂਰਵਕ ਬਾਹਰ ਨਿਕਲਣਗੇ ਅਤੇ 1000 ਸਾਲ ਵਿੱਚ ਦਾਖਲ ਹੋਣਗੇ। ਜ਼ਕਰੀਆ 13 ਅਧਿਆਏ 8 ਤੇ 9 ਵਚਨ। ਸ਼ਫਾਇਆ ਦੀ ਖੜਖੜ ਮੈਨੂੰ ਦੱਸ ਰਹੀ ਹੈ ਕਿ ਤੁਹਾਨੂੰ ਨਹੀਂ ਪਤਾ ਇਹ ਕਿਤਾਬ ਕਿੱਥੇ ਹੈ। ਠੀਕ ਹੈ, ਲੱਭਦੇ ਰਹੋ। ਤੁਸੀਂ ਲਾਗੇ ਪਹੁੰਚ ਗਏ ਹੋ। ਧਿਆਨ ਦਿਓ ਇਹ ਕੀ ਆਖਦੀ ਹੈ। ਇਉਂ ਹੋਵੇਗਾ, ਯਹੋਵਾ ਦਾ ਵਾਕ ਹੈ ਕਿ ਉਹ ਸਾਰੇ ਦੇਸ਼ ਵਿੱਚ 2/3 ਵੱਢੇ ਜਾਣਗੇ ਅਤੇ ਨਾਸ਼ ਹੋ ਜਾਣਗੇ। 1/3 ਉਸ ਵਿੱਚ ਬਚ ਰਹੇਗੀ। ਮੈਂ 1/3 ਨੂੰ ਅੱਗ ਵਿੱਚ ਪਾਵਾਂਗਾ। ਮੈਂ ਉਹਨੂੰ ਤਾਵਾਂਗਾ ਜਿਵੇਂ ਚਾਂਦੀ ਤਾਈ ਜਾਂਦੀ ਹੈ। ਮੈਂ ਉਹਨੂੰ ਪਰਖਾਂਗਾ ਜਿਵੇਂ ਸੋਨਾ ਪਰਖਦਾ ਹੈ। ਉਹ ਮੇਰਾ ਨਾਮ ਲੈ ਕੇ ਪੁਕਾਰਨਗੇ, ਮੈਂ ਉਹਨਾਂ ਨੂੰ ਉੱਤਰ ਦਿਆਂਗਾ। ਮੈਂ ਆਖਾਂਗਾ ਇਹ ਮੇਰੀ ਪ੍ਰਜਾ ਹੈ। ਉਹ ਆਖਣਗੇ ਯਹੋਵਾ ਮੇਰਾ ਪਰਮੇਸ਼ਰ ਹੈ। ਹੁਣ ਜਦੋਂ ਮੈਂ ਇਸ ਹਫ਼ਤੇ ਇਸ ਨੂੰ ਸਮਝਿਆ, ਇਸ ਨੇ ਮੇਰੇ ਇੱਕ ਸਵਾਲ ਦਾ ਜਵਾਬ ਦਿੱਤਾ ਜਿਸ ਨੇ ਮੈਨੂੰ ਹੁਣ ਤੱਕ ਉਲਝਣ ਵਿੱਚ ਪਾਈ ਰੱਖਿਆ ਸੀ। ਜਦੋਂ ਤੋਂ ਮੈਂ ਭਵਿੱਖਬਾਣੀ ਬਾਰੇ ਅਧਿਐਨ ਕਰਦਾ ਆ ਰਿਹਾ ਹਾਂ, ਮੈਂ ਸੋਚਦਾ ਹਾਂ ਕਿ ਇਹ ਸਾਰੀ ਬਾਈਬਲ ਵਿੱਚ ਸਭ ਤੋਂ ਮੁਸ਼ਕਿਲ ਐਤਾਂ ਵਿੱਚੋਂ ਇੱਕ ਐਤ ਹੈ ਜੋ ਅੰਤ ਦੇ ਸਮਿਆਂ ਬਾਰੇ ਆਖਦੀ ਹੈ ਅਤੇ ਸਾਰਾ ਇਸਰਾਇਲ ਬਚਾਇਆ ਜਾਵੇਗਾ। ਅਸੀਂ ਰਾਸ਼ਟਰੀ ਮੁਕਤੀ ਬਾਰੇ ਸੁਣਦੇ ਹਾਂ। ਰਾਸ਼ਟਰੀ ਮੁਕਤੀ, ਇਸਰਾਇਲ ਇੱਕ ਰਾਸ਼ਟਰ ਵਜੋਂ ਬਚਾਇਆ ਜਾਵੇਗਾ। ਅਤੇ ਕੀ ਤੁਸੀਂ ਜਾਣਦੇ ਹੋ, ਜਦੋਂ ਮੈਂ ਨਵੇਂ ਨਿਯਮ ਵਿੱਚ ਬਾਈਬਲ ਦਾ ਅਧਿਐਨ ਕਰਦਾ ਹਾਂ, ਇਹ ਮੈਨੂੰ ਉਲਝਣ ਵਿੱਚ ਪਾ ਦਿੰਦਾ ਹੈ ਕਿਉਂਕਿ ਪਰਮੇਸ਼ਰ ਇਸ ਤਰੀਕੇ ਕੰਮ ਨਹੀਂ ਕਰਦਾ। ਪਰਮੇਸ਼ਰ ਦਾ ਕੋਈ ਦੇਸ਼ ਜਾਂ ਰਾਸ਼ਟਰ ਨਹੀਂ ਹਨ। ਪਰਮੇਸ਼ਰ ਇੱਕ ਵਿਅਕਤੀ ਨੂੰ ਬਚਾਉਂਦਾ ਹੈ। ਪਰ ਕੀ ਤੁਸੀਂ ਵੇਖਦੇ ਹੋ ਕਿ ਵਚਨ ਦੇ ਇਹਨਾਂ ਬੰਧਾਂ ਦੇ ਵਿੱਚੋਂ ਅਸੀਂ ਜੋ ਸਮਝਦੇ ਹਾਂ ਉਹ ਇਹ ਹੈ ਕਿ ਪਰਮੇਸ਼ਰ ਸਾਨੂੰ ਦੱਸ ਰਿਹਾ ਹੈ ਕਿ ਵੱਡੇ ਕਸ਼ਟ ਦੇ ਉਸ ਖਾਸ ਸਮੇਂ ਵਿੱਚ ਸਾਰਾ ਇਸਰਾਇਲ ਬਚਾਇਆ ਜਾਵੇਗਾ, ਕਿਉਂਕਿ ਇਸਰਾਇਲ ਵਿੱਚ ਸਿਰਫ ਉਹੀ ਬਚੇ ਹੋਣਗੇ ਜਿਹੜੇ ਪਰਮੇਸ਼ਰ ਦੇ ਨਿਆਂ ਦੀ ਅੱਗ ਵਿੱਚ ਤਾਏ ਗਏ ਹੋਣਗੇ ਅਤੇ ਆਕੀ ਜਾ ਚੁੱਕੇ ਹੋਣਗੇ ਅਤੇ ਅਣਆਗਿਆਕਾਰ ਜਾ ਚੁੱਕੇ ਹੋਣਗੇ ਅਤੇ ਵਿਸ਼ਵਾਸ ਤੋਂ ਬੇਮੁਖ ਹੋਏ ਜੋ ਹਨ ਉਹ ਵੀ ਜਾ ਚੁੱਕੇ ਹੋਣਗੇ ਅਤੇ ਜਿਹੜੇ ਬਚੇ ਹੋਣਗੇ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਮਸੀਹ ਤੇ ਵਿਸ਼ਵਾਸ ਕੀਤਾ ਅਤੇ ਇਸ ਲਈ ਸਾਰਾ ਇਸਰਾਇਲ ਬਚਾਇਆ ਜਾਵੇਗਾ। ਕੀ ਤੁਸੀਂ ਜਾਣਦੇ ਹੋ, ਜਦੋਂ ਤੁਸੀਂ ਬਾਈਬਲ ਪੜ੍ਹਦੇ ਹੋ ਤਾਂ ਤੁਹਾਨੂੰ ਤੁਹਾਡੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਂਦਾ ਹੈ। ਜਦੋਂ ਤੁਸੀਂ ਪਰਮੇਸ਼ਰ ਦਾ ਵਚਨ ਪੜ੍ਹਦੇ ਹੋ ਤਾਂ ਬਹੁਤ ਸਾਰੀਆਂ ਗੱਲਾਂ ਦੀ ਸਮਝ ਲੱਗਣੀ ਸ਼ੁਰੂ ਹੋ ਜਾਂਦੀ ਹੈ। ਅਸਲ ਵਿੱਚ ਇੱਕ ਟੀਕਾ ਟੱਪਣੀ ਹੈ ਜਿਸ ਵਿੱਚ ਮੈਂ ਮਲਾਕੀ ਤੇ ਕਿਹਾ ਹੈ, ਜੋ ਕਿ ਪੁਰਾਣੇ ਨੇਮ ਦੀ ਆਖਰੀ ਕਿਤਾਬ ਹੈ। ਇਸ ਵਿੱਚ ਇੱਕ ਕਿਸਮ ਦਾ ਮਾਹੌਲ ਹੈ। 3 ਅਧਿਆਏ ਦੀ 16 ਐਤ ਤੋਂ ਸ਼ੁਰੂ ਕਰਕੇ 4 ਅਧਿਆਏ ਦੇ 2 ਐਤ ਤੱਕ। ਹੁਣ ਇਸ ਨੂੰ ਸੁਣੋ। ਇੱਕ ਵਾਰ ਫਿਰ ਅਸੀਂ ਉਸ ਸਮੇਂ ਬਾਰੇ ਗੱਲ ਕਰ ਰਹੇ ਹਾਂ ਅਤੇ ਇਹ ਇਸ ਤਰ੍ਹਾਂ ਕਹਿੰਦੀ ਹੈ। ਤਦ ਯਹੋਵਾ ਦਾ ਭੈ ਮੰਨਣ ਵਾਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ। ਯਹੋਵਾ ਨੇ ਧਿਆਨ ਦੇ ਕੇ ਸੁਣੀਆਂ ਤੇ ਯਹੋਵਾ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗਾਰੀ ਦੀ ਪੁਸਤਕ ਲਿਖੀ ਗਈ। ਸੈਨਾ ਦਾ ਯਹੋਵਾ ਆਖਦਾ ਹੈ, ਉਹ ਮੇਰੇ ਲਈ ਹੋਣਗੇ, ਅਰਥਾਤ ਮੇਰੀ ਖਾਸ ਮਲਕੀਅਤ। ਜਿਸ ਦਿਨ ਮੈਂ ਇਹ ਕਰਾਂਗਾ, ਮੈਂ ਉਹਨਾਂ ਨੂੰ ਬਖਸ਼ ਦਿਆਂਗਾ ਜਿਵੇਂ ਕੋਈ ਮਨੁੱਖ ਆਪਣੀ ਸੇਵਾ ਕਰਨ ਵਾਲੇ ਪੁੱਤਰ ਨੂੰ ਬਖਸ਼ ਦਿੰਦਾ ਹੈ। ਤਾਂ ਤੁਸੀਂ ਮੁੜੋਗੇ ਅਤੇ ਧਰਮੀ ਔਰ ਦੁਸ਼ਟ ਵਿੱਚ ਅਤੇ ਪਰਮੇਸ਼ਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹਦੇ ਵਿੱਚ ਪਰਖ ਕਰੋਗੇ। ਤੁਸੀਂ ਵੇਖੋ, ਯਹੂਦੀ ਦੇਸ਼ ਵਿੱਚ ਉਹ ਸੋਚਦੇ ਹਨ ਕਿ ਹਰ ਕੋਈ ਪਰਮੇਸ਼ਰ ਦੀ ਸੇਵਾ ਕਰਦਾ ਹੈ। ਪਰਮੇਸ਼ਰ ਇੱਥੇ ਕੀ ਕਹਿ ਰਿਹਾ ਹੈ? ਜਦੋਂ ਮੈਂ ਯਹੂਦੀਆ ਦਾ ਕੰਮ ਖਤਮ ਕਰ ਲਵਾਂਗਾ, ਤੁਸੀਂ ਪਰਮੇਸ਼ਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹਦੇ ਵਿੱਚ ਪਰਖ ਕਰੋਗੇ। 4 ਅਧਿਆਏ ਦੀਆਂ 1 ਤੇ 2 ਐਤਾਂ ਤੇ ਧਿਆਨ ਕਰੋ। ਤਾਂ ਵੇਖੋ, ਉਹ ਦਿਨ ਆਉਂਦਾ ਹੈ ਤੰਦੂਰ ਵਾਂਗੂ ਸੜਨ ਵਾਲਾ। ਸਾਰੇ ਆਕੜਬਾਜ਼ ਅਤੇ ਸਾਰੇ ਦੁਸ਼ਟ ਭੁੱਠਾ ਹੋਣਗੇ। ਉਹ ਦਿਨ ਉਹਨਾਂ ਨੂੰ ਸਾੜਨ ਲਈ ਆਉਂਦਾ ਹੈ, ਸੈਨਾ ਦਾ ਯਹੋਵਾ ਆਖਦਾ ਹੈ। ਉਹ ਉਹਨਾਂ ਲਈ ਟੁੰਡ ਮੁੱਢ ਨਾ ਛੱਡੇਗਾ, ਪਰ ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈ ਮੰਨਦੇ ਹੋਣ, ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹਦੀਆਂ ਕਿਰਨਾਂ ਵਿੱਚ ਸ਼ਿਫਾ ਹੋਵੇਗੀ। ਤੁਸੀਂ ਵਾੜੇ ਦੇ ਬੱਚਿਆਂ ਵਾਂਗੂ ਬਾਹਰ ਨਿਕਲੋਗੇ ਅਤੇ ਕੁੱਦੋਗੇ। ਤੁਸੀਂ ਵੇਖਿਆ, ਪਰਮੇਸ਼ਰ ਸਾਨੂੰ ਕੀ ਦੱਸ ਰਿਹਾ ਹੈ?
ਉਹ ਕਹਿ ਰਿਹਾ ਹੈ ਕਿ ਵੱਡੇ ਕਸ਼ਟ ਦਾ ਮਕਸਦ, ਜਿੱਥੋਂ ਤੱਕ ਯਹੂਦੀਆਂ ਦਾ ਸੰਬੰਧ ਹੈ, ਯਹੂਦੀ ਦੇਸ਼ ਦੇ ਆਕੀ ਭਾਗ ਨੂੰ ਅੱਡ ਕਰਨਾ ਅਤੇ ਵਿਸ਼ਵਾਸ ਤੋਂ ਪਿੱਛੇ ਹਟੇ ਯਹੂਦੀ ਧਰਮ ਦਾ ਤਦ ਤੱਕ ਖਾਤਮਾ ਕਰਨਾ ਜਦੋਂ ਤੱਕ ਵੱਡੇ ਕਸ਼ਟ ਦੇ ਅੰਤ ਵਿੱਚ ਇੱਕ ਧਰਮੀ ਇਜ਼ਰਾਈਲ ਦੇਸ਼ ਨਾ ਬਚੇ, ਜਿਹੜਾ ਫਿਰ ਅਖੀਰ ਵਿੱਚ 1000 ਸਾਲ ਵਿੱਚ ਜਾਵੇਗਾ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਖੀਰ ਤੱਕ ਬਣੇ ਰਹੇ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 12ਵੇਂ ਅਧਿਆਇ ਦੇ ਉੱਤੇ ਚਰਚਾ ਕੀਤੀ। ਅਸੀਂ ਜੀ ਉੱਠਣ ਵਾਲੇ ਲੋਕਾਂ ਦੇ ਇਨਾਮ ਬਾਰੇ ਚਰਚਾ ਕਰ ਰਹੇ ਸੀ। ਅਸੀਂ ਪ੍ਰਕਾਸ਼ ਦੀ ਪੋਥੀ ਦੇ 12ਵੇਂ ਅਧਿਆਇ ਦੇ ਵਿੱਚ 12 ਤਾਰਿਆਂ ਵਾਲੀ ਇਸਤਰੀ ਦੇ ਬਾਰੇ ਜਾਣਿਆ, ਜਿਸ ਦੇ ਬੱਚੇ ਨੂੰ ਅਜਗਰ ਨਾਸ਼ ਕਰਨਾ ਚਾਹੁੰਦਾ ਸੀ। ਇਸਤਰੀ ਦੇ ਬਾਰੇ ਜੋ ਬਿਆਨ ਕੀਤਾ ਗਿਆ, ਉਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਉਹ ਇਜ਼ਰਾਈਲ ਹੈ ਅਤੇ ਉਸ ਦੇ 12 ਗੋਤਰਾਂ ਵੱਲ ਇਹ ਇਸ਼ਾਰਾ ਕਰਦਾ ਹੈ। ਅਸੀਂ ਆਕਾਸ਼ ਦੇ ਵਿੱਚ ਇੱਕ ਵੱਡੇ ਲਾਲ ਅਜਗਰ ਦੇ ਨਿਸ਼ਾਨ ਬਾਰੇ ਗੌਰ ਕੀਤਾ, ਜੋ ਕਿ ਸ਼ੈਤਾਨ ਬਾਰੇ ਦੱਸਦਾ ਹੈ। ਅਸੀਂ ਜਾਣਿਆ ਕਿ ਸ਼ੈਤਾਨ ਮੁਕਤੀ ਦਾਤੇ ਦੇ ਜਨਮ ਲੈਣ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਜੋ ਉਹਨੂੰ ਨਾਸ਼ ਕਰ ਸਕੇ। ਇਹ ਮੁਕਤੀ ਦਾਤਾ ਅਸੀਂ ਜਾਣਦੇ ਹੀ ਹਾਂ, ਪ੍ਰਭੂ ਯਿਸੂ ਮਸੀਹ ਹੈ। ਅਸੀਂ ਜਾਣਿਆ ਕਿ ਸ਼ੈਤਾਨ ਇਜ਼ਰਾਈਲ ਦੇਸ਼ ਦੇ ਨਾਲ ਨਫ਼ਰਤ ਕਰਦਾ ਹੈ, ਕਿਉਂਕਿ ਉਹ ਦੇਸ਼ ਹੈ ਜੋ ਇਸ ਦੁਨੀਆ ਦੇ ਛੁਟਕਾਰੇ ਦੇ ਲਈ ਮੁਕਤੀ ਦਾਤੇ ਨੂੰ ਲੈ ਕੇ ਆਇਆ। ਅਸੀਂ ਜਾਣਿਆ ਕਿ ਸ਼ੈਤਾਨ ਨੇ ਪ੍ਰਭੂ ਯਿਸੂ ਜੀ ਦੇ ਜਨਮ ਤੋਂ ਬਾਅਦ ਜੋ ਕੁਝ ਉਹ ਕਰ ਸਕਦਾ ਸੀ, ਉਹਨੇ ਪ੍ਰਭੂ ਯਿਸੂ ਮਸੀਹ ਜੀ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅਸੀਂ ਵੇਖਿਆ ਕਿ ਪਰਮੇਸ਼ਵਰ ਦੇ ਲੋਕ ਕੌਣ ਹਨ। ਉਹ ਲੋਕ ਯਹੂਦੀ ਹਨ। ਇਸ ਦੇ ਵਿੱਚ 3 ਤਰ੍ਹਾਂ ਦੇ ਲੋਕਾਂ ਬਾਰੇ ਜਾਣਿਆ: ਬਚਾਏ ਗਏ ਲੋਕ, ਜਿਲਾਏ ਗਏ ਲੋਕ ਅਤੇ ਇਨਾਮ ਪਾਏ ਹੋਏ ਲੋਕ। ਅਸੀਂ ਜਾਣਿਆ ਕਿ ਇਹ ਵੱਡੇ ਕਸ਼ਟ ਦੇ ਵਿੱਚੋਂ ਹੋ ਕੇ ਬਚਾਏ ਜਾਣਗੇ। ਇਹ ਉਹ ਲੋਕ ਹੋਣਗੇ ਜੋ ਪ੍ਰਭੂ ਯਿਸੂ ਦੀ ਮਹਿਮਾ ਦੇ 1000 ਸਾਲ ਦੇ ਰਾਜ ਵਿੱਚ ਉਹਨਾਂ ਦੇ ਨਾਲ ਰਾਜ ਕਰਨਗੇ। ਅਸੀਂ ਹੋਰ ਵੀ ਕਈ ਦਿਲਚਸਪ ਗੱਲਾਂ ਨੂੰ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਜਾਣਿਆ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਕਿਉਂਕਿ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਸਮਾਂ ਆ ਪਹੁੰਚਿਆ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ, ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ। ਪਿਤਾ ਪਰਮੇਸ਼ਰ, ਤੁਸੀਂ ਆਪਣੇ ਵਚਨ ਦੇ ਦੁਆਰਾ ਸਾਡੇ ਨਾਲ ਗੱਲਬਾਤ ਕੀਤੀ, ਸਾਨੂੰ ਅਖੀਰਲੀ ਗੱਲਾਂ ਬਾਰੇ ਦੱਸਿਆ ਕਿ ਇਸ ਸੰਸਾਰ ਦੇ ਅੰਤ ਵਿੱਚ ਕੀ ਹੋਏਗਾ। ਤੁਸੀਂ ਸਾਨੂੰ ਦੱਸਿਆ ਕਿ ਅਜਿਹੇ ਦਿਨ ਵੀ ਆਉਣਗੇ ਜੋ ਇਸ ਦੁਨੀਆ 'ਤੇ ਬਹੁਤ ਹੀ ਭਾਰੇ ਹੋਣਗੇ, ਉਹਨਾਂ ਦਾ ਕਸ਼ਟ ਬਹੁਤ ਵੱਡਾ ਹੋਏਗਾ ਔਰ ਇਹ ਇਹੋ ਜਿਹੇ ਦਿਨ ਹੈ ਜਿਹੜੇ ਇਸ ਧਰਤੀ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਆਏ। ਪਿਤਾ ਪਰਮੇਸ਼ਵਰ, ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਇਹਨਾਂ ਕਸ਼ਟਾਂ ਤੋਂ ਬਚਾ ਲਿਆ ਔਰ ਪ੍ਰਭੂ ਜੀ ਸਾਨੂੰ ਇਹਨਾਂ ਦੀ ਜਾਣਕਾਰੀ ਦਿੱਤੀ ਹੈ ਤਾਂ ਕਿ ਅਸੀਂ ਪੂਰੀ ਤਰ੍ਹਾਂ ਸਾਵਧਾਨ ਰਹੀਏ ਔਰ ਆਪਣੀ ਪਿਤਾ ਪਰਮੇਸ਼ਵਰ ਤਿਆਰੀ ਕਰੀਏ ਤਾਂ ਕਿ ਜਦ ਤੁਸੀਂ ਆਓ ਤਾਂ ਅਸੀਂ ਤੁਹਾਡੇ ਨਾਲ ਸਵਰਗ ਜਾ ਸਕੀਏ। ਪ੍ਰਭੂ, ਜਿੰਨੇ ਵੀ ਲੋਕਾਂ ਨੇ ਅੱਜ ਇਸ ਵਚਨ ਨੂੰ ਸੁਣਿਆ, ਸਾਰਿਆਂ ਨੂੰ ਬੜੀ ਬਰਕਤ ਦਿਓ। ਯਿਸੂ ਨਾਸਰੀ ਜੀ ਦੇ ਨਾਮ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।